ਬੀਜ ਬਿੱਲ 2025 ਕੇਂਦਰੀਕਰਨ ਤੇ ਨਿੱਜੀਕਰਨ ਦੀ ਨੀਤੀ ਦਾ ਹਿੱਸਾ ਹੈ। ਸਰਕਾਰ ਨੇ ਖੇਤੀ ਸੈਕਟਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਵੱਲ ਚੁੱਕਿਆ ਕਦਮ। ਜਦੋਂ ਮਨੁੱਖ ਹੋਂਦ ਵਿੱਚ ਆਇਆ ਤਾਂ ਉਸਨੇ ਆਪਣੇ ਨਿਰਬਾਹ ਲਈ ਹੱਥ-ਪੈਰ ਮਾਰਨੇ ਸ਼ੁਰੂ ਕੀਤੇ। ਉਸ ਦੀ ਚੇਤਨਾ ਵਧਣ ਨਾਲ ਹੌਲੀ-ਹੌਲੀ ਜ਼ਮੀਨ ਉੱਤੇ ਬੀਜ ਬੀਜ ਕੇ ਆਪਣੀ ਲੋੜ ਨੂੰ ਪੂਰਾ ਕਰਨ ਲਈ ਖੇਤੀ ਕਰਨ ਲੱਗਾ। ਉਸ ਸਮੇਂ ਤੋਂ ਹੀ ਮਨੁੱਖ ਬੀਜ ਦੀ ਮਹੱਤਤਾ ਨੂੰ ਸਮਝ ਗਿਆ, ਕਿਉਂਕਿ ਧਰਤੀ ਵਿੱਚ ਕਿਸੇ ਵੀ ਕਿਸਮ ਦੀ ਪੈਦਾਵਾਰ ਕਰਨ ਲਈ ਸਭ ਤੋਂ ਮਹੱਤਵਪੂਰਨ ਕਾਰਕ ਬੀਜ ਹੈ। ਸੋ ਮਨੁੱਖ ਨੇ ਬੀਜਾਂ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਈਜਾਦ ਕਰਕੇ ਉਨ੍ਹਾਂ ਨੂੰ ਸਾਂਭਣਾ ਸ਼ੁਰੂ ਕਰ ਦਿੱਤਾ। ਇਹਨਾਂ ਬੀਜਾਂ ਨੂੰ ਉਸਨੇ ਕੁਦਰਤੀ ਨਿਯਮਾਂ ਤਹਿਤ ਰੁੱਤਾਂ ਤੇ ਧਰਤੀ ਦੀ ਕਿਸਮ ਦੇ ਹਿਸਾਬ ਵਰਤਿਆ। ਜਦੋਂ ਯੂਰਪ ਵਿੱਚ ਉਦਯੋਗਿਕ ਕ੍ਰਾਂਤੀ ਤੋਂ ਬਾਅਦ ਆਪਣਾ ਮਾਲ ਵੇਚਣ ਲਈ ਮੰਡੀਆਂ ਲੱਭਣ ਦਾ ਸਿਲਸਿਲਾ 1492 ਤੋਂ ਸ਼ੁਰੂ ਹੋਇਆ, ਤਾਂ ਪੂੰਜੀਪਤੀਆਂ ਨੇ ਆਪਣੀ ਪੂੰਜੀ ਨੂੰ ਹੋਰ ਵਧਾਉਣ ਲਈ ਹਰ ਹਰਬਾ ਵਰਤਿਆ, ਜੋ ਅੱਜ ਕਾਰਪੋਰੇਟ ਬਘਿਆੜਾਂ ਦੇ ਰੂਪ ਵਿੱਚ ਸਾਡੇ ਸਾਹਮਣੇ ਹਨ। ਇਹਨਾਂ ਬਘਿਆੜਾਂ ਨੇ ਜੋ ਵੀ ਲੋਕਾਂ ਵੱਲੋਂ ਆਪਣੀ ਲੋੜ ਲਈ ਚੀਜ਼ਾਂ ਵਰਤੀਆਂ ਜਾ ਰਹੀਆਂ ਸਨ, ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਵੱਡੇ ਮੁਨਾਫੇ ਕਮਾਉਣ ਲਈ ਵਿਗਿਆਨ ਦੀ ਮਦਦ ਨਾਲ ਹਰ ਖੇਤਰ ਵਿੱਚ ਤਕਨੀਕ ਵਰਤਦਿਆਂ ਲੋਕਾਂ ਦੇ ਹੱਥੋਂ ਖੋਣਾ ਸ਼ੁਰੂ ਕਰ ਦਿੱਤਾ। ਦੁਨੀਆ ਵਿੱਚ ਮਨੁੱਖ ਦੇ ਜਿਉਣ ਲਈ ਸਭ ਤੋਂ ਜ਼ਰੂਰੀ ਵਸਤਾਂ ਖੇਤੀ ਰਾਹੀਂ ਹੀ ਪੈਦਾ ਹੋ ਰਹੀਆਂ ਹਨ। ਸੋ ਖੇਤੀ ਸੈਕਟਰ ਉੱਤੇ ਕਬਜ਼ਾ ਕਰਨ ਲਈ ਕਾਰਪੋਰੇਟ ਨੇ ਬੀਜ, ਖਾਦ, ਮਸ਼ੀਨਰੀ ਤੇ ਖੇਤੀ ਲਈ ਲੋੜੀਂਦੀ ਹਰ ਚੀਜ਼ ਆਪਣੇ ਵੱਸ ਵਿੱਚ ਕਰ ਲਈ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਖੇਤਰ ਨੂੰ ਕਾਰਪੋਰੇਟ ਸੈਕਟਰ ਦੇ ਪੂਰੀ ਤਰ੍ਹਾਂ ਹਵਾਲੇ ਕਰਨ ਲਈ ਬੀਜ ਐਕਟ ਲਿਆਉਣ ਦੀ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਕੀਤੀ ਗਈ ਹੈ। ਇਸੇ ਕੜੀ ਨੂੰ ਅੱਗੇ ਤੋਰਦਿਆਂ ਹੁਣ ਬੀਜ ਐਕਟ 2025 ਦਾ ਨਾਮ ਦੇ ਕੇ ਪਾਰਲੀਮੈਂਟ ਵਿੱਚ ਪੇਸ਼ ਕਰਨ ਦੀ ਤਿਆਰੀ ਹੈ। ਇਹ ਬੀਜ ਐਕਟ ਪੰਜਾਬ ਤੇ ਦੇਸ਼ ਭਰ ਦੇ ਕਿਸਾਨਾਂ ਲਈ ਅਤਮਾਰੂ ਹੈ। ਕਿਸਾਨ ਜਥੇਬੰਦੀਆਂ ਪਿਛਲੇ ਲੰਬੇ ਸਮੇਂ ਤੋਂ ਬੀਜ ਐਕਟ ਤੇ ਖੇਤੀ ਮੰਡੀ ਕਾਰਪੋਰੇਟ ਦੇ ਹਵਾਲੇ ਕਰਨ ਦਾ ਵਿਰੋਧ ਕਰ ਰਹੀਆਂ ਹਨ, ਪਰ 1991 ਤੋਂ ਕੇਂਦਰ ਸਰਕਾਰ ਲਗਾਤਾਰ ਵਿਸ਼ਵ ਬੈਂਕ, ਵਿਸ਼ਵ ਵਪਾਰ ਸੰਸਥਾ ਅਤੇ ਕੌਮਾਂਤਰੀ ਮੁਦਰਾ ਕੋਸ਼ ਦੇ ਏਜੰਡੇ ਉੱਤੇ ਕੰਮ ਕਰ ਰਹੀ ਹੈ। ਸੋ ਹੁਣ ਇਹ ਬੀਜ ਐਕਟ 2025 ਲਿਆ ਕੇ ਕੇਂਦਰ ਸਰਕਾਰ ਪਿਛਲੇ ਸਮੇਂ ਵਿੱਚ ਅਸਫਲ ਹੋਏ ਇਰਾਦਿਆਂ ਨੂੰ ਅੰਜਾਮ ਦੇਣਾ ਚਾਹੁੰਦੀ ਹੈ। ਬੀਜ ਬਿੱਲ 2025 ਕੀ ਹੈ? ਬੀਜ ਬਿੱਲ 2025 ਪੁਰਾਣੇ ਬੀਜ ਕਾਨੂੰਨ 1966 ਤੇ ਬੀਜ ਕੰਟਰੋਲ ਆਰਡਰ 1983 ਨੂੰ ਅਪਡੇਟ ਕਰਨ ਲਈ ਤਿਆਰ ਕੀਤਾ ਗਿਆ ਹੈ। ਸਰਕਾਰ ਦਾ ਤਰਕ ਹੈ ਕਿ 1966 ਦੇ ਕਾਨੂੰਨ ਵਿੱਚ ਬੀਜਾਂ ਦੇ ਮਾਮਲੇ ਵਿੱਚ ਨਾ ਤਾਂ ਆਧੁਨਿਕ ਤਕਨੀਕ ਦੀ ਗੁੰਜਾਇਸ਼ ਸੀ ਤੇ ਨਾ ਹੀ ਬੀਜ ਮਾਰਕੀਟਿੰਗ ਨੂੰ ਦਰਪੇਸ਼ ਨਵੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਯੋਗ ਪ੍ਰਬੰਧ ਸੀ। ਸੋ ਇਸ ਲਈ ਇਹ ਬੀਜ ਬਿੱਲ ਬੀਜਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਵੇਗਾ, ਨਕਲੀ ਜਾਂ ਖਰਾਬ ਬੀਜਾਂ ਤੇ ਰੋਕ ਲਗਾਏਗਾ ਤੇ ਕਿਸਾਨਾਂ ਨੂੰ ਭਰੋਸੇਯੋਗ ਬੀਜ ਮੁਹੱਈਆ ਕਰਵਾਏਗਾ। ਇਸ ਬੀਜ ਬਿੱਲ ਦਾ ਦੇਸ਼ ਭਰ ਵਿੱਚ ਵਿਰੋਧ ਇਸ ਲਈ ਕਰਨਾ ਜ਼ਰੂਰੀ ਹੈ ਕਿ ਇਸ ਨਾਲ ਬੀਜ ਮਾਰਕੀਟ ਨੂੰ ਕੰਪਨੀ ਕੰਟਰੋਲ ਕਰੇਗੀ ਤੇ ਕਿਸਾਨਾਂ ਦੀ ਬੀਜ ਰੱਖਣ ਦੀ ਸਵੈ ਨਿਰਭਰਤਾ ਨੂੰ ਸੱਟ ਵੱਜੇਗੀ। ਇਸ ਤੋਂ ਇਲਾਵਾ ਖੇਤੀ ਇੱਕ ਸਟੇਟ ਸਬਜੈਕਟ ਹੈ ਤੇ ਕੇਂਦਰ ਸਰਕਾਰ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਦਖਲ ਕਿਉਂ ਦੇ ਰਹੀ ਹੈ? ਕੇਂਦਰੀ ਸਰਕਾਰ ਵੱਲੋਂ ਸੰਘੀ ਢਾਂਚੇ ਦੀਆਂ ਧੱਜੀਆਂ ਉਡਾਉਂਦਿਆਂ ਇਸ ਬੀਜ ਬਿੱਲ ਦਾ ਜੋ ਖਰੜਾ ਤਿਆਰ ਕੀਤਾ ਗਿਆ ਹੈ, ਉਸ ਦੇ ਸੈਕਸ਼ਨ 3 ਅਨੁਸਾਰ ਇੱਕ ਕੇਂਦਰੀ ਬੀਜ ਕਮੇਟੀ ਬਣੇਗੀ। ਸੈਕਸ਼ਨ 5 ਅਨੁਸਾਰ ਬੀਜ ਕਮੇਟੀ ਬੀਜਾਂ ਦੀ ਯੋਜਨਾ, ਬੀਜਾਂ ਦੇ ਵਿਕਾਸ, ਬੀਜ ਪੈਦਾ ਕਰਨ, ਸਟੋਰੇਜ, ਪ੍ਰੋਸੈਸਿੰਗ ਬਾਰੇ ਨਿਯਮ ਬਣਾਏਗੀ ਤੇ ਬੀਜਾਂ ਦੀ ਆਯਾਤ ਤੇ ਨਿਰਯਾਤ ਬਾਰੇ ਤੇ ਬੀਜ ਦੀ ਰਜਿਸਟ੍ਰੇਸ਼ਨ, ਟੈਸਟਿੰਗ ਤੇ ਬੀਜਾਂ ਦੀ ਵੰਨਗੀ ਤੈਅ ਕਰੇਗੀ। ਇਸ ਦਾ ਭਾਵ ਕਿ ਕਿਹੜਾ ਬੀਜ ਕੌਮੀ ਬੀਜ ਕਿਸਮ ਦਾ ਹੈ, ਕਿਹੜਾ ਸੂਬਾਈ ਬੀਜ ਕਿਸਮ ਦਾ ਹੈ, ਇਹ ਸਭ ਕੁਝ ਕੇਂਦਰੀ ਬੀਜ ਕਮੇਟੀ ਦੇ ਅਧੀਨ ਹੋਵੇਗਾ। ਸੈਕਸ਼ਨ 10 ਮੁਤਾਬਕ ਭਾਵੇਂ ਕਿਸਾਨ ਆਪਣੇ ਕੋਲ ਆਪਣਾ ਬੀਜ ਰੱਖ ਸਕਦਾ ਹੈ, ਪਰ ਹਕੀਕਤ ਇਹ ਹੈ ਕਿ ਜਿਵੇਂ ਪੰਜਾਬ ਵਿੱਚ 200 ਕਿਸਮ ਦੀਆਂ ਫਸਲਾਂ ਹਨ, ਸਾਮਰਾਜੀ ਖੇਤੀ ਮਾਡਲ ਰਾਹੀਂ ਇਹਨਾਂ ਵਿੱਚੋਂ ਬਹੁਤ ਸਾਰੀਆਂ ਫਸਲਾਂ ਖਤਮ ਕਰ ਦਿੱਤੀਆਂ ਗਈਆਂ ਹਨ। ਕਿਸਾਨ ਦੀ ਇਹ ਮਜਬੂਰੀ ਬਣਦੀ ਹੈ ਕਿ ਉਹ ਬਾਜ਼ਾਰ ਵਿੱਚੋਂ ਚੰਗੇ ਝਾੜ ਵਾਲਾ ਬੀਜ ਖਰੀਦ ਕੇ ਬੀਜੇ। ਇਸ ਤਰ੍ਹਾਂ ਕਿਸਾਨ ਆਪਣੇ ਘਰ ਦਾ ਬੀਜ ਕਿਹੜੀ ਹਾਲਤ ਵਿੱਚ ਰੱਖ ਸਕੇਗਾ, ਇਸ ਲਈ ਇਹ ਮੱਦ ਕਿਸਾਨਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੀ ਹੈ। ਸੈਕਸ਼ਨ 16 ਅਨੁਸਾਰ ਹੁਣ ਸਿਰਫ ਇੰਡੀਅਨ ਕੌਂਸਲ ਜਾਂ ਖੇਤੀਬਾੜੀ ਖੋਜ ਸੰਸਥਾਵਾਂ ਜਾਂ ਸੂਬਿਆਂ ਦੀਆਂ ਖੇਤੀ ਯੂਨੀਵਰਸਿਟੀਆਂ ਬੀਜ ਖੋਜ ਦਾ ਕਾਰਜ ਨਹੀਂ ਕਰਨਗੀਆਂ। ਇਸ ਦੇ ਨਾਲ ਨਿੱਜੀ ਕੰਪਨੀਆਂ ਵੀ ਬੀਜ ਖੋਜ ਦਾ ਕੰਮ ਕਰ ਸਕਣਗੀਆਂ। ਇਸੇ ਹੀ ਸੈਕਸ਼ਨ ਦੇ ਸਬ ਸੈਕਸ਼ਨ 3 ਰਾਹੀਂ ਕੇਂਦਰ ਸਰਕਾਰ
ਕਿਸੇ ਵੀ ਨਿੱਜੀ ਸੰਸਥਾ ਨੂੰ ਬੀਜਾਂ ਦਾ ਟਰਾਇਲ ਭਾਰਤ ਤੋਂ ਬਾਹਰ ਕਰਨ ਦਾ ਹੱਕ ਦੇ ਸਕਦੀ ਹੈ। ਇਸ ਨਾਲ ਵਿਦੇਸ਼ੀ ਬੀਜ ਕੰਪਨੀਆਂ ਇਸ ਖੇਤਰ ਵਿੱਚ ਖੁੱਲ੍ਹ ਕੇ ਆ ਜਾਣਗੀਆਂ। ਸੈਕਸ਼ਨ 22 ਤੇ 24 ਬੀਜ ਦੀ ਕੀਮਤ ਤੈਅ ਕਰਨ ਬਾਰੇ ਤੇ ਸੀਡ ਸਰਟੀਫਿਕੇਸ਼ਨ ਏਜੰਸੀ ਨੂੰ ਮਾਨਤਾ ਦੇਣ ਬਾਰੇ ਹੈ, ਜਿਸ ਤੋਂ ਸਾਫ਼ ਹੈ ਕਿ ਬੀਜ ਦਾ ਰੇਟ ਕੇਂਦਰ ਸਰਕਾਰ ਵੱਲੋਂ ਤੈਅ ਕਰਨ ਤੋਂ ਬਾਅਦ ਜੇਕਰ ਮਾਰਕੀਟ ਵਿੱਚ ਬੀਜ ਦੀ ਕਮੀ ਪੈਦਾ ਹੁੰਦੀ ਹੈ ਤਾਂ ਉਸ ਵਕਤ ਕੇਂਦਰ ਸਰਕਾਰ ਐਕਸ਼ਨ ਲੈਣ ਬਾਰੇ ਚੁੱਪ ਹੈ ਤੇ ਇਸ ਹਾਲਤ ਵਿੱਚ ਬੀਜ ਕੰਪਨੀਆਂ ਨੂੰ ਆਪਣੀ ਮਰਜ਼ੀ ਨਾਲ ਰੇਟ ਤੈਅ ਕਰਕੇ ਕਿਸਾਨਾਂ ਦੀ ਲੁੱਟ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਗਈ ਹੈ। ਇਸੇ ਤਰ੍ਹਾਂ ਸੈਕਸ਼ਨ 24 ਰਾਹੀਂ ਵਿਦੇਸ਼ੀ ਵੱਡੀਆਂ ਕੰਪਨੀਆਂ ਨੂੰ ਬੀਜਾਂ ਦੀਆਂ ਕਿਸਮਾਂ ਨੂੰ ਮਾਨਤਾ ਦੇਣ ਦਾ ਅਧਿਕਾਰ ਹੋਵੇਗਾ। ਪਹਿਲਾਂ ਹੀ ਸੰਸਾਰ ਪੱਧਰ ਉੱਤੇ 75% ਬੀਜ ਉੱਤੇ ਕਬਜ਼ਾ ਕਰ ਚੁੱਕੀਆਂ ਬਾਇਰ, ਸਿੰਜੈਂਟਾ, ਕੋਰਟਾਵਾ, ਐਗਰੀ ਸਾਇੰਸ, BASF ਤੇ ਮਨਸੈਂਟੋ ਵਰਗੀਆਂ ਕੰਪਨੀਆਂ ਹਨ। ਹੁਣ ਭਾਰਤ ਸਰਕਾਰ ਇਹਨਾਂ ਬੀਜ ਕੰਪਨੀਆਂ ਨੂੰ ਇਸ ਧਾਰਾ ਰਾਹੀਂ ਖੁੱਲ੍ਹੀ ਖੇਡ ਖੇਡਣ ਦੀ ਇਜਾਜ਼ਤ ਦੇਣ ਜਾ ਰਹੀ ਹੈ। ਸੈਕਸ਼ਨ 33 ਰਾਹੀਂ ਭਾਰਤ ਸਰਕਾਰ ਵਿਦੇਸ਼ਾਂ ਤੋਂ ਰਜਿਸਟਰਡ ਬੀਜ ਭਾਰਤ ਵਿੱਚ ਖੇਤੀ ਖੋਜ ਤੇ ਬੀਜ ਟਰਾਇਲਾਂ ਬਾਰੇ ਲਿਆਉਣ ਦੀ ਇਜਾਜ਼ਤ ਦੇ ਸਕਦੀ ਹੈ। ਸੈਕਸ਼ਨ 34 ਤੇ 37 ਵਿੱਚ ਮਾੜੇ ਘਟੀਆ ਕਿਸਮ ਦੇ ਬੀਜਾਂ ਸੰਬੰਧੀ ਸਜ਼ਾਵਾਂ ਦਾ ਸਬੰਧ ਹੈ, ਪਰ ਸੈਕਸ਼ਨ 35 ਵਿੱਚ ਸਪਸ਼ਟ ਲਿਖਿਆ ਗਿਆ ਹੈ ਕਿ ਕੋਈ ਵੀ ਅਦਾਲਤ ਆਪਣੇ ਆਪ ਕੋਈ ਕਾਰਵਾਈ ਨਹੀਂ ਕਰ ਸਕਦੀ ਜਿੰਨਾ ਚਿਰ ਤੱਕ ਬੀਜ ਬਾਰੇ ਇਲਾਕੇ ਦਾ ਸੀਡ ਇੰਸਪੈਕਟਰ ਸ਼ਿਕਾਇਤ ਨਹੀਂ ਕਰਦਾ। ਇਸ ਦੁਬਿਧਾ ਵਿੱਚ ਕਿਸਾਨ ਮਾੜੇ ਬੀਜ ਬਾਰੇ ਕਿੱਥੇ ਸ਼ਿਕਾਇਤ ਕਰੇਗਾ? ਉਸ ਦੀ ਮਾਰੀ ਗਈ ਫਸਲ ਦਾ ਮੁਆਵਜ਼ਾ ਕੌਣ ਤੈਅ ਕਰੇਗਾ? ਉਹ ਮੁਆਵਜ਼ਾ ਕਿੰਨਾ ਹੋਵੇਗਾ? ਇਸ ਬਾਰੇ ਇਹ ਬੀਜ ਬਿੱਲ ਪੂਰੀ ਤਰ੍ਹਾਂ ਖਾਮੋਸ਼ ਹੈ ਤੇ ਕਿਸਾਨਾਂ ਦੇ ਹਿੱਤਾਂ ਦੇ ਵਿਰੁੱਧ ਹੈ। ਸੈਕਸ਼ਨ 38 ਅਨੁਸਾਰ ਕੇਂਦਰੀ ਬੀਜ ਕਮੇਟੀ ਨੂੰ ਪੂਰਾ ਅਧਿਕਾਰ ਹੋਵੇਗਾ ਕਿ ਉਹ ਸੂਬਾ ਬੀਜ ਕਮੇਟੀਆਂ ਨੂੰ ਹਰ ਤਰ੍ਹਾਂ ਦਾ ਦਿਸ਼ਾ ਨਿਰਦੇਸ਼ ਦੇ ਸਕਦੀਆਂ ਹਨ। ਇਸੇ ਸੈਕਸ਼ਨ ਦੇ ਸਬ ਸੈਕਸ਼ਨ 3 ਰਾਹੀਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਕੇਂਦਰੀ ਬੀਜ ਕਮੇਟੀ ਦਾ ਫੈਸਲਾ ਹੀ ਅੰਤਿਮ ਹੋਵੇਗਾ। ਸੋ ਇਸ ਤੋਂ ਸਾਫ਼ ਹੈ ਕਿ ਸੂਬਿਆਂ ਦੀਆਂ ਬੀਜ ਕਮੇਟੀਆਂ ਸਿਰਫ ਨਾਮ ਦੀਆਂ ਹੀ ਹੋਣਗੀਆਂ। ਇਹ ਅਧਿਕਾਰ ਹਕੀਕਤ ਵਿੱਚ ਕੇਂਦਰ ਸਰਕਾਰ ਪਹਿਲਾਂ ਹੀ ਲੈ ਚੁੱਕੀ ਹੈ, ਜਿਸ ਦੀ ਉਦਾਹਰਨ ਪਿਛਲੇ 3 ਸਾਲਾਂ ਤੋਂ ਪੰਜਾਬ ਸਰਕਾਰ ਦੀ ਇਜਾਜ਼ਤ ਤੋਂ ਬਗੈਰ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਵਿੱਚ GM ਸਰੋਂ ਦਾ ਟਰਾਇਲ ਚੱਲ ਰਿਹਾ ਹੈ। ਸੋ ਇਸ ਤਰ੍ਹਾਂ ਇਹ ਬੀਜ ਐਕਟ ਸਾਡੇ ਦੇਸੀ ਬੀਜਾਂ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗਾ, ਜਿਨ੍ਹਾਂ ਦੀ ਸਦੀਆਂ ਤੋਂ ਸਾਡੇ ਵਾਤਾਵਰਣ ਦੇ ਅਨੁਸਾਰ ਢਲਾਈ ਹੋਈ ਹੈ। ਕੇਂਦਰ ਸਰਕਾਰ ਵੱਲੋਂ ਇਸ ਬੀਜ ਐਕਟ ਰਾਹੀਂ ਖੇਤੀ ਕਰਨਾ ਅਸੰਭਵ ਬਣਾ ਕੇ ਨੀਤੀ ਤਹਿਤ 97% ਕਿਸਾਨੀ ਨੂੰ ਖੇਤੀ ਤੋਂ ਬਾਹਰ ਕਰਕੇ ਕਾਰਪੋਰੇਟ ਦੇ ਹਵਾਲੇ ਕਰਨਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਇਸ ਬੀਜ ਐਕਟ ਨੂੰ ਪੂਰੀ ਤਰ੍ਹਾਂ ਕਿਸਾਨ ਵਿਰੋਧੀ ਸਮਝਦਿਆਂ ਪੰਜਾਬ ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਆਵਾਜ਼ ਬੁਲੰਦ ਕਰਨ ਅਤੇ ਸੰਘਰਸ਼ ਦੇ ਮੈਦਾਨ ਵਿੱਚ ਆਉਣ ਦਾ ਸੱਦਾ ਦਿੱਤਾ ਜਾਂਦਾ ਹੈ। ਜਿਉਂ-ਜਿਉਂ ਕਾਰਪੋਰੇਟ ਦੀਆਂ ਰਖੇਲ ਬਣੀਆਂ ਹਕੂਮਤਾਂ ਵੱਲੋਂ ਜ਼ਬਰ ਵੱਧਦਾ ਜਾਂਦਾ ਹੈ ਤਾਂ ਉੱਥੇ ਇਸ ਜ਼ਬਰ ਦਾ ਟਾਕਰਾ ਕਰਨ ਲਈ ਪੀੜਤ ਲੋਕਾਂ ਵਿੱਚ ਚੇਤਨਾ ਵੀ ਵੱਧ ਰਹੀ ਹੈ। ਇਸ ਚੇਤਨਾ ਦੇ ਸਹਾਰੇ ਕਿਸਾਨ ਮਜ਼ਦੂਰ ਤੇ ਖੇਤੀ ਸੈਕਟਰ ਤੇ ਨਿਰਭਰ ਹੋਰ ਕਾਰੋਬਾਰੀ ਲੋਕ ਵੱਡੇ ਪੱਧਰ ਤੇ ਸੰਘਰਸ਼ਾਂ ਦਾ ਪਿੜ ਮੱਲਣਗੇ। ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬੀਜ ਬਿੱਲ ਤੇ ਹੋਰ ਲੋਕ ਵਿਰੋਧੀ ਕਾਨੂੰਨਾਂ ਅਤੇ ਇਸ ਨਾਲ ਹੋਣ ਵਾਲੇ ਉਜਾੜੇ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੀ ਵਧੇਰੇ ਲੋੜ ਹੈ, ਤਾਂ ਜੋ ਇਸ ਕਾਰਪੋਰੇਟ ਪੱਖੀ ਵਿਕਾਸ ਮਾਡਲ ਦੀ ਵਹਿਸ਼ਤ ਖਿਲਾਫ ਵਿਸ਼ਾਲ ਲੋਕ ਆਧਾਰ ਵਾਲੀ ਇੱਕ ਮਜ਼ਬੂਤ ਜਥੇਬੰਦ ਲਹਿਰ ਖੜੀ ਕੀਤੀ ਜਾ ਸਕੇ। ਇਸ ਜਥੇਬੰਦ ਤਾਕਤ ਦੇ ਨਾਲ ਹੀ ਲੁਟੇਰੇ ਹਾਕਮਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਭਾਂਜ ਦੇ ਕੇ ਮਨੁੱਖ ਤੇ ਕੁਦਰਤ ਦੀ ਹੋਂਦ ਨੂੰ ਖਤਰਾ ਬਣ ਰਹੇ ਕਾਰਪੋਰੇਟ ਪੱਖੀ ਵਿਕਾਸ ਮਾਡਲ ਦਾ ਬੁਥਾਰ ਭੰਨਿਆ ਜਾ ਸਕਦਾ ਹੈ।